ਕਿਸ਼ਤ 11ਵੀਂ। ਸ਼ਾਮ ਦੇ 4:30 ਵੱਜ ਗਏ ਸਨ। ਮਜ਼ਦੂਰਾਂ ਨੇ ਪੁੱਟੀ ਹੋਈ ਨੀਂਹ ਵਾਲੀ ਜਗ੍ਹਾ ਦੀ ਇੱਕ ਪਾਸੇ ਤੋਂ ਦੁਰਮਟ ਨਾਲ ਕੁਟਾਈ ਸ਼ੁਰੂ ਕਰ ਦਿੱਤੀ ਸੀ। ਰੈਂਪ ਬਣਾਉਣ ਲਈ ਸੀਮੈਂਟ ਵੀ ਰਲਾ ਕੇ ਤਿਆਰ ਕਰ ਲਿਆ ਗਿਆ ਸੀ। ਮਿਸਤਰੀ ਨੇ ਰੈਂਪ ਬਣਾਉਣ ਲਈ ਇੱਟਾਂ ਚਿਣ ਦਿੱਤੀਆਂ ਸਨ। ਉਸ ਨੇ ਇੱਕ ਪਾਸੇ ਤੋਂ ਰੈਂਪ ਬਣਾਉਣਾ ਸ਼ੁਰੂ ਕਰ ਦਿੱਤਾ। ਮੇਰੇ ਨਵੇਂ ਬਣੇ ਵੈਰੀ ਦਾ ਪਿਓ ਘਰ ਤੋਂ ਬਾਹਰ ਆ ਗਿਆ ਤੇ ਅੱਧ ਬਣੇ ਰੈਂਪ ਵੱਲ ਵੇਖ ਕੇ ਅੱਗ ਬਬੂਲਾ ਹੋ ਉੱਠਿਆ। ਤੂੰ ਆ ਇੱਟਾਂ ਕਾਹਤੋਂ ਲਾਈਆਂ ਓਏ? ਮੈਂ ਤੈਨੂੰ ਦੁਪਹਿਰੇ ਵੀ ਰੋਕ ਕੇ ਗਿਆ ਸੀ, ਤੂੰ ਹਟਦਾ ਹੀ ਨਹੀਂ ਓਏ। ਬੰਦ ਕਰਵਾ ਕੰਮ। ਉਹ ਗੁੱਸੇ ਵਿੱਚ ਭੁੜਕਿਆ। ਸਰਦਾਰ ਜੀ, ਇੱਟਾਂ ਤੋਂ ਬਿਨਾਂ ਸੀਮੈਂਟ ਕਿਵੇਂ ਖੜੇਗਾ? 40 ਫੁੱਟ ਦੀ ਲਾਮ ਆ। ਮਿਸਤਰੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਇਹ ਪਹਿਲਾ ਮੌਕਾ ਸੀ ਕਿ ਜਦ ਮਿਸਤਰੀ ਸਾਡੇ ਝਗੜੇ ਵਿੱਚ ਬੋਲਿਆ ਸੀ। ਤੂੰ ਬੰਦੇ ਦਾ ਪੁੱਤ ਬਣ ਕੇ ਕੰਮ ਬੰਦ ਕਰਵਾ ਦੇ, ਨਹੀਂ ਤਾਂ ਇੱਥੇ ਹੋਰ ਹੀ ਕਹਾਣੀ ਬਣ ਜਾਣੀ ਹੈ। ਉਹ ਮੇਰੇ ਵੱਲ ਔਲਿਆ। ਅੰਕਲ, ਤੂੰ ਹੀ ਖੜਾ ਕੇ ਵਿਖਾ ਸੀਮੈਂਟ ਇੱਟਾਂ ਤੋਂ ਬਗੈਰ। ਇਹ ਤਾਂ ਰੁੜ ਜਾਊਗਾ। ਨਾਲੇ ਉਹ ਤੇਰੇ ਦਰਵਾਜ਼ੇ ਵਾਲਾ ਰੈਂਪ ਵੀ ਤਾਂ ਇੱਟਾਂ ਲਾ ਕੇ ਬਣਾਇਆ ਹੋਇਆ। ਮੈਂ ਉਸ ਨੂੰ ਪਹਿਲੀ ਵਾਰ ਤੂੰ ਆਖ ਕੇ ਸੰਬੋਧਨ ਕੀਤਾ ਸੀ। ਲੋਕ ਵੀ ਜਿਵੇਂ ਇੰਨੀ ਗਰਮੀ ਦੇ ਬਾਵਜੂਦ ਸੁੱਤੇ ਨਹੀਂ ਸਨ। ਸਾਡਾ ਮਾੜਾ ਜਿਹਾ ਰੌਲਾ ਸੁਣ ਕੇ ਝੱਟ ਦਿਨੇ ਬਾਹਰ ਆ ਗਏ। ਇੰਨੇ ਵਿੱਚ ਹੀ ਮੇਰਾ ਵਿਚਕਾਰਲਾ ਭਰਾ ਕਮਲਦੀਪ, ਜੋ ਕਿ ਦੁੱਧ ਲੈਣ ਚੱਲਿਆ ਸੀ, ਵੀ ਮੌਕੇ 'ਤੇ ਆ ਗਿਆ। ਰਾਮ ਰੌਲੇ ਵਿੱਚ ਜਦ ਉਸ ਨੂੰ ਰੈਂਪ ਵੀ ਨਾ ਬਣਾਉਣ ਦੇਣ ਬਾਰੇ ਪਤਾ ਲੱਗਿਆ ਤਾਂ ਉਹ ਸਾਰੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ ਸੀ। ਓਏ ਅੰਕਲਾ, ਤੇਰੀ ਇੱਜ਼ਤ ਕਰਦੇ ਸੀ, ਪਰ ਹੁਣ ਨਹੀਂ ਹੋਣੀ ਸਾਥੋਂ। ਤੂੰ ਤਾਹੇ ਤਾਹਾਂ ਵੱਧਦਾ ਜਾਂਦਾ ਹੈ। ਦੁਪਹਿਰੇ ਵੀ ਜਵਾਕ ਨੂੰ ਕੱਲਾ ਵੇਖ ਕੇ ਦਬਾ ਲਿਆ। ਰੈਂਪ ਤਾਂ ਬਣੂਗਾ ਹੀ ਬਣੂਗਾ। ਆਜੋ ਜੀ ਨੇ ਰੋਕਣਾ ਹੈ। ਚੱਲ ਮਿਸਤਰੀ, ਪਾ ਮਸਾਲਾ, ਮੈਂ ਵੇਖਦਾ ਕਿਹੜਾ ਆਉਂਦਾ ਹੈ ਸਾਡੇ ਥਾਂ ਵਿੱਚ। ਕਮਲਦੀਪ ਨੇ ਮਿਸਤਰੀ ਨੂੰ ਇਸ਼ਾਰਾ ਕੀਤਾ ਤੇ ਆਪ ਕੰਧ ਕੋਲ ਖੜ ਗਿਆ ਜਿੱਥੇ ਮਸਾਲਾ ਪਾਉਣਾ ਸੀ। ਹੁਣ ਇਕੱਠ ਵਿੱਚ ਪੁਲਸੀਏ ਸਰਪੰਚ ਦੇ ਨਾਲ ਨਾਲ ਇੱਕ ਹੋਰ ਪੁਲਿਸ ਵਾਲਾ ਵੀ ਆ ਚੁੱਕਾ ਸੀ। ਮੇਰੇ ਜਾਣੂ ਦਾ ਪਿਓ ਉਹਨਾਂ ਦੀ ਆਮਦ ਨਾਲ ਹੋਰ ਹੌਸਲੇ ਵਿੱਚ ਹੋ ਗਿਆ ਸੀ ਤੇ ਸਾਡੇ ਦਰਵਾਜ਼ੇ ਵੱਲ ਨੂੰ ਵੱਧਦਾ ਹੋਇਆ ਬੋਲਿਆ, ਮੈਂ ਪੱਟੂ ਇੱਟਾਂ। ਅਜੇ ਉਸਨੇ ਇੱਟ ਨੂੰ ਹੱਥ ਹੀ ਲਾਇਆ ਸੀ ਕਿ ਕਮਲਦੀਪ ਨੇ ਉਸ ਦੀ ਗਿੱਚੀ ਵਿੱਚ ਕਰਾਰਾ ਜਿਹਾ ਘਸੁੰਨ ਜੜ ਦਿੱਤਾ ਤੇ ਉਹ 3-4 ਲੋਟਣੀਆਂ ਖਾ ਗਿਆ। ਪਰ ਉਹ ਫਿਰ ਜਲਦੀ ਨਾ ਉੱਠਿਆ ਤੇ ਮਿਸਤਰੀ ਦਾ ਰੱਖਿਆ ਹੋਇਆ ਗੱਜ ਚੁੱਕ ਕੇ ਉਸ 'ਤੇ ਵਾਰ ਕਰਨ ਨੂੰ ਪਿਆ। ਸ਼ਾਇਦ ਪਹਿਲੇ ਘਸੁੰਨ ਨੇ ਉਸ ਨੂੰ ਇੰਨਾ ਜ਼ਿਆਦਾ ਨਿਢਾਲ ਕਰ ਦਿੱਤਾ ਸੀ ਕਿ ਉਸ ਕੋਲੋਂ ਗੱਜ ਚੰਗੀ ਤਰ੍ਹਾਂ ਫੜਿਆ ਹੀ ਨਹੀਂ ਗਿਆ ਸੀ। ਮੈਂ ਉਸ ਦਾ ਗੱਜ ਖੋਲ੍ਹਿਆ ਤੇ 5-7 ਹੂਰੇ ਉਸ ਦੇ ਬੂਥੇ 'ਤੇ ਜੜ ਦਿੱਤੇ। ਉਹ ਥੱਲੇ ਡਿੱਗ ਪਿਆ ਤੇ ਤਾਜ਼ੀ ਪੁੱਟੀ ਹੋਈ ਮਿੱਟੀ ਵਿੱਚ ਉਸ ਦਾ ਮੂੰਹ ਧੱਸ ਗਿਆ ਸੀ। ਉਸ ਦਾ ਚਿਹਰਾ ਮਿੱਟੀ ਨਾਲ ਲਿਬੜ ਜਾਣ ਕਾਰਨ ਉਸ ਦੀ ਸ਼ਕਲ ਬੇਪਛਾਣ ਹੋ ਗਈ ਸੀ। ਇੰਨੇ 'ਚ ਕਾਫੀ ਰੌਲਾ ਰੱਪਾ ਪੈ ਗਿਆ। ਦੋਵਾਂ ਪਾਸਿਆਂ ਤੋਂ ਮਾਂ ਭੈਣ ਦੀਆਂ ਗਾਲਾਂ ਦੀ ਵਾਛੜ ਹੋਣ ਲੱਗ ਪਈ। ਉਸ ਦੀ ਮੋਮੋ ਠੱਗਣੀ ਘਰਵਾਲੀ ਆਪਣੇ ਪਤੀ ਦੀ ਲਿਬੜੀ ਤਿਬੜੀ ਹਾਲਤ ਵੇਖ ਕੇ ਦੁਹਾਈਆਂ ਪਾਉਣ ਲੱਗ ਪਈ। ਹਾਏ ਵੇ, ਮਾਰਤਾ ਵੇ ਮੇਰੇ ਘਰ ਵਾਲੇ ਨੂੰ, ਕੋਈ ਬਚਾ ਲਓ ਵੇ, ਜ਼ਾਲਮਾਂ ਨੇ ਕੀ ਕਰ ਦਿੱਤਾ ਵੇ। ਵੜ ਸਹੀ ਸਾਡੇ ਥਾਂ ਵਿੱਚ, ਤੈਨੂੰ ਦਈਏ ਦੱਖੂ ਦਣਾ। ਆਹ ਕੁੱਤਿਆ ਸਾਲਿਆ, ਦਈਏ ਤੇਰੀ। ਘਸੁੰਨ ਜੜਦਾ ਹੋਇਆ ਕਮਲਦੀਪ ਅਜੇ ਵੀ ਉੱਚੀ ਉੱਚੀ ਬੋਲੀ ਜਾ ਰਿਹਾ ਸੀ। ਕਿਸ਼ਤ 12ਵੀਂ। 3-4 ਮਿੰਟ ਵਿੱਚ ਹੀ ਉਸ ਦੀ ਵਾਹਵਾ ਗਿੱਦੜ ਕੁੱਟ ਹੋ ਗਈ। ਕੁਝ ਬੰਦਿਆਂ ਨੇ ਸਾਨੂੰ ਫੜ ਲਿਆ ਤੇ ਉਸ ਦਾ ਬਚਾਅ ਕਰ ਲਿਆ। ਉਹ ਆਪਣੇ ਖਿੱਲਰੇ ਹੋਏ ਵਾਲਾਂ ਦਾ ਜੂੜਾ ਕਰਦਾ ਤੇ ਗਲ ਵਿੱਚ ਪਏ ਹੋਏ ਪਰਨੇ ਨੂੰ ਸਾਂਭਦਾ ਹੋਇਆ ਅਜੇ ਵੀ ਨੱਕ ਵਿੱਚੋਂ ਠੂੰਹੇ ਸੁੱਟ ਰਿਹਾ ਸੀ। ਕਰਦਾ ਗੱਲ ਪੁੱਤ ਮੈਂ, ਛੱਡਣਾ ਨਹੀਂ ਮੈਂ ਵੀ ਤੁਹਾਨੂੰ। ਤੁਸੀਂ ਜਾਣਦੇ ਨਹੀਂ ਕਿਹਦੇ ਨਾਲ ਪੰਗਾ ਲਿਆ ਹੈ। ਉਸ ਨੂੰ ਉਮੀਦ ਹੀ ਨਹੀਂ ਸੀ ਕਿ ਉਸ ਦੀ ਇੰਜ ਛਿੱਤਰੌਲ ਵੀ ਹੋ ਸਕਦੀ ਹੈ। ਉਹ ਸ਼ਰਮ ਮੰਨਦਾ ਹੋਇਆ ਪਰਾਂ ਜਾ ਖੜ ਕੇ ਬੋਲਦਾ ਰਿਹਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਦੁਪਹਿਰ ਵੇਲੇ ਸਰਪੰਚ ਬਣਿਆ ਪੁਲਸੀਆ ਤੇ ਉਸ ਦਾ ਨਵਾਂ ਆਇਆ ਯਾਰ ਉਸ ਨੂੰ ਛੁਡਵਾਉਣ ਲਈ ਵੀ ਅੱਗੇ ਨਹੀਂ ਆਏ ਸਨ। ਪੈਂਦੀਆਂ 'ਚ ਕੋਈ ਨਹੀਂ ਖੜਦਾ ਵਾਲੀ ਕਹਾਵਤ ਸੱਚ ਹੋ ਰਹੀ ਸੀ।
ਜਾਂ ਫਿਰ ਉਹ ਦੋਵੇਂ ਪੁਲਿਸੀਏ ਜਾਣਦੇ ਸਨ ਕਿ ਕਿਸੇ ਦੇ ਥਾਂ ਵਿੱਚ ਜਾ ਕੇ ਪੰਗਾ ਲੈਣ ਨਾਲ ਉਹ ਕਾਨੂੰਨੀ ਤੌਰ 'ਤੇ ਗਲਤ ਸਾਬਤ ਹੋ ਸਕਦੇ ਹਨ। ਉਹ ਦੋਵੇਂ ਗਲੀ ਦੀ ਪਰਲੀ ਨੁੱਕਰ 'ਤੇ ਭੀੜ ਵਿੱਚ ਖੜ੍ਹ ਕੇ ਉਸ ਦੀ ਹੁੰਦੀ ਮੁਰੰਮਤ ਵੇਖਦੇ ਰਹੇ ਸਨ। ਹੁਣ ਪੁਲਸੀਆ ਉੱਚੀ ਦਿਨੇ ਗਰਜਿਆ, ਕੋਈ ਨਹੀਂ, ਲਿਆਉਨੇ ਅਸੀਂ ਵੀ ਪੁਲਿਸ ਤੇ ਕਰਾਉਨੇ ਆ ਤੁਹਾਡੀ ਵੀ ਛਿੱਤਰ ਪਰੇਡ। ਮੈਂ ਉਸ ਨੂੰ ਮੋੜਵਾਂ ਜਵਾਬ ਦਿੱਤਾ, ਜਾ ਲਿਆ ਜਿਹਨੂੰ ਲਿਆਉਣਾ, ਦਰਖਾਸਤ ਤਾਂ ਮੈਂ ਦੇਣੀ ਆ ਤੁਹਾਡੇ 'ਤੇ, ਸਵੇਰ ਦਾ ਧੱਕਾ ਹੀ ਕਰੀ ਜਾਂਦੇ ਹੋ। ਸਰਪੰਚ ਪੁਲਸੀਏ ਨੇ ਪਾਸੇ ਜਿਹੇ ਹੋ ਕੇ 2-3 ਫੋਨ ਘੁਮਾਏ ਤੇ 10 ਕੁ ਮਿੰਟਾਂ 'ਚ ਹੀ ਪੁਲਿਸ ਦੀ ਭਰੀ ਹੋਈ ਗੱਡੀ ਹੂਟਰ ਮਾਰਦੀ ਹੋਈ ਸਾਡੇ ਦਰਵਾਜ਼ੇ ਅੱਗੇ ਆਣ ਖੜ੍ਹੀ ਸੀ। ਲੋਕ ਫਿਰ ਇਕੱਠੇ ਹੋ ਗਏ ਸਨ। ਗੱਡੀ ਵਿੱਚੋਂ ਉਤਰਦਾ ਹੋਇਆ ਥਾਣੇਦਾਰ ਸਭ ਤੋਂ ਪਹਿਲਾਂ ਮੂਹਰੇ ਖੜ੍ਹੇ ਸਰਪੰਚ ਪੁਲਸੀਏ ਨੂੰ ਮਿਲਿਆ ਤੇ ਬੋਲਿਆ, ਯਾਰ ਆਹ ਤੁਹਾਡੀਆਂ ਗਲੀਆਂ ਜੀਆਂ 'ਚ ਆ ਕੇ ਭੁੱਲ ਜਾਈਦਾ ਤੇਰਾ ਘਰ, ਤਾਂ ਹੀ ਲੇਟ ਹੋ ਗਏ ਆ। ਪੁਲਿਸ ਦੀ ਇੰਨੀ ਹੁਸ਼ਿਆਰੀ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਸੀ ਤੇ ਇਸ ਹੁਸ਼ਿਆਰੀ ਨੂੰ ਵੀ ਥਾਣੇਦਾਰ ਲੇਟ ਹੋ ਗਏ ਆਖ ਰਿਹਾ ਸੀ। ਉਸ ਨੇ ਆਉਂਦੇ ਸਾਰ ਕੰਮ ਦੀ ਗੱਲ ਕੀਤੀ, ਕੀ ਰੌਲਾ ਪੈ ਗਿਆ ਦੱਸ ਮੈਨੂੰ। ਸਰਪੰਚ ਪੁਲਸੀਏ ਨੇ ਮੋਰਚਾ ਸੰਭਾਲਦੇ ਹੋਏ ਆਖਿਆ, ਆਹ ਵੇਖੋ ਜੀ, ਗਲੀ ਉੱਤੇ ਕਬਜ਼ਾ ਕਰੀ ਜਾਂਦੇ ਨੇ, ਨਾਲੇ ਗੁੰਡਾਗਰਦੀ ਕਰਦੇ ਆ। ਮੈਂ ਥਾਣੇਦਾਰ ਵੱਲ ਵੱਧਦੇ ਹੋਏ ਉਸ ਦੀ ਗੱਲ ਦਾ ਜਵਾਬ ਦਿੱਤਾ, ਕੋਈ ਗਲੀ 'ਤੇ ਕਬਜ਼ਾ ਨਹੀਂ ਜੀ, ਆਹ ਵੇਖੋ ਮੇਰੇ ਕੋਲ ਰਜਿਸਟਰੀ ਆ, ਪਹਿਲਾਂ ਧੱਕੇ ਨਾਲ ਸਾਡੀ ਨੀਂਹ ਬੰਦ ਕਰਵਾ ਗਏ ਤੇ ਹੁਣ ਸਾਨੂੰ ਰੈਂਪ ਵੀ ਨਹੀਂ ਬਣਾਉਣ ਦਿੰਦੇ। ਗੁੰਡਾਗਰਦੀ ਤਾਂ ਇਹ ਕਰੀ ਜਾਂਦੇ ਆ ਸਾਡੇ ਨਾਲ। ਥਾਣੇਦਾਰ ਨੇ ਰਜਿਸਟਰੀ ਦੀ ਕਾਪੀ ਫੜ ਲਈ ਤੇ ਮਿਸਤਰੀ ਤੋਂ ਫੀਤਾ ਮੰਗਿਆ। ਫਿਰ ਗੁੱਸੇ ਵਿੱਚ ਸਿਪਾਹੀਆਂ ਨੂੰ ਹੁਕਮ ਸੁਣਾਇਆ, ਜਾਓ ਇਹ ਮਿਣੋ। ਇੰਨੇ ਵਿੱਚ ਹੀ ਮੇਰੇ ਜਾਣੂ ਦਾ ਪਿਓ ਚੰਗੀ ਤਰ੍ਹਾਂ ਪਰਨਾ ਬੰਨ੍ਹ ਕੇ ਆ ਗਿਆ ਤੇ ਬੋਲਿਆ, ਰਜਿਸਟਰੀ ਤਾਂ ਜੀ ਇਹ ਜਾਲੀ ਚੁੱਕੀ ਫਿਰਦੇ ਆ, ਸਾਨੂੰ 30 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਅੱਗੇ ਤਾਂ ਕਿਸੇ ਨੇ ਕੰਧ ਨਹੀਂ ਕੀਤੀ, ਇਹ ਕੱਲ੍ਹ ਦੇ ਆਏ ਸਾਡੇ 'ਤੇ ਰੋਹਬ ਪਾਈ ਜਾਂਦੇ ਆ। ਕਿਸ਼ਤ 13ਵੀਂ। ਕਮਲਦੀਪ ਉਸ ਨੂੰ ਟੁੱਟ ਕੇ ਪੈ ਗਿਆ, ਰੋਹਬ ਤੂੰ ਪਾਉਣਾ ਹੈ ਕਿ ਅਸੀਂ? ਸਾਡੀ ਜਗ੍ਹਾ 'ਚ ਆ ਕੇ ਸਾਨੂੰ ਹੀ ਧਮਕੀਆਂ ਦੇਈ ਜਾਂਦਾ, ਕਦੇ ਇੱਟਾਂ ਪੁੱਟਣ ਲੱਗ ਜਾਂਦਾ, ਹੋਰ ਤੈਨੂੰ ਅਸੀਂ ਫੁੱਲ ਪਾਈਏ? ਕਮਲਦੀਪ ਦਾ ਕਰਾਰਾ ਜਿਹਾ ਜਵਾਬ ਸੁਣ ਕੇ ਉਹ ਇੱਕਦਮ ਠਠੰਬਰ ਗਿਆ ਸੀ। ਸ਼ਾਇਦ ਉਸ ਨੂੰ ਅਜੇ 15 ਕੁ ਮਿੰਟ ਪਹਿਲਾਂ ਹੋਈ ਉਸ ਦੀ ਛਿੱਤਰ ਪਰੇਡ ਯਾਦ ਆ ਗਈ ਸੀ। ਥਾਣੇਦਾਰ ਸਭ ਨੂੰ ਉੱਚੀ ਆਵਾਜ਼ ਵਿੱਚ ਚੁੱਪ ਕਰਵਾਉਂਦਾ ਹੋਇਆ ਬੋਲਿਆ, ਚੁੱਪ ਕਰ ਜੋ ਓਏ, ਨਹੀਂ ਮੈਂ ਸਭ ਨੂੰ ਅੰਦਰ ਡੱਕ ਦੂੰ। ਜਦੋਂ ਮੈਂ ਆ ਗਿਆ ਤਾਂ ਤੁਸੀਂ ਨਹੀਂ ਬੋਲਣਾ, ਜਿਹਨੂੰ ਪੁੱਛੂੰ ਉਹੀ ਜਵਾਬ ਦੇਵੇ। ਸਿਪਾਹੀ ਫੀਤਾ ਫੜ ਕੇ ਨਿਸ਼ਾਨੀ ਲਾ ਰਹੇ ਸਨ ਕਿ ਜਗ੍ਹਾ ਕਿੱਥੋਂ ਤੱਕ ਬਣਦੀ ਹੈ। ਉਹਨਾਂ ਨੂੰ ਵੇਖ ਕੇ ਸਰਪੰਚ ਪੁਲਸੀਏ ਨੇ ਥਾਣੇਦਾਰ ਦੇ ਕੰਨ ਵਿੱਚ ਕੁਝ ਆਖਿਆ। ਜਦ ਸਿਪਾਹੀ ਨੇ ਰਜਿਸਟਰੀ ਮੁਤਾਬਕ ਬਣਦੀ ਜਗ੍ਹਾ ਉੱਤੇ ਇੱਟ ਰੱਖ ਦਿੱਤੀ ਤਾਂ ਮੈਂ ਆਖਿਆ, ਜੀ ਆਹ ਵੇਖੋ, ਸਾਡੀ ਜਗ੍ਹਾ ਇੱਥੋਂ ਤੱਕ ਆਉਂਦੀ ਹੈ ਤੇ ਬਾਕੀ ਗਲੀ ਵੀ ਮਿਲ ਲਵੋ, ਉਹ ਵੀ 20 ਫੁੱਟ ਤੋਂ ਵੱਧ ਬਚੀ ਜਾਂਦੀ ਹੈ। ਥਾਣੇਦਾਰ ਆਪਣੇ ਪੁਲਸੀਆ ਅੰਦਾਜ਼ ਵਿੱਚ ਗਰਜਿਆ, ਆਹ ਕਾਗਜ਼ ਜਿਹਾ ਚੁੱਕ ਕੇ ਤੂੰ ਤਾਂ ਕੱਲ੍ਹ ਨੂੰ ਸਾਡੇ ਥਾਣੇ 'ਤੇ ਕਬਜ਼ਾ ਕਰਨ ਨੂੰ ਫਿਰੇਂਗਾ, ਇਹ ਕਾਗਜ਼ ਕੂਗਜ਼ ਤਾਂ ਐਵੇਂ ਹੀ ਹੁੰਦੇ ਆ। ਮੈਂ ਥਾਣੇਦਾਰ ਨੂੰ ਫਿਰ ਆਖਿਆ, ਮੈਂ ਕਿਹੜਾ ਘਰੇ ਤਿਆਰ ਕੀਤੇ ਆ ਜੀ, ਆਹ ਤਹਿਸੀਲਦਾਰ ਨੇ ਕੀਤੀ ਆ ਰਜਿਸਟਰੀ, ਜੇ ਗਲਤ ਲੱਗਦੀ ਆ ਤਾਂ ਕੋਈ ਵੀ ਜਾਂਚ ਕਰਵਾ ਲਵੋ, ਮੈਂ ਤਿਆਰ ਹਾਂ। ਜਦ ਥਾਣੇਦਾਰ ਨੂੰ ਪਤਾ ਲੱਗ ਗਿਆ ਕਿ ਅਸੀਂ ਕਾਗਜ਼ਾਂ ਮੁਤਾਬਕ ਬਿਲਕੁਲ ਸਹੀ ਹਾਂ ਤਾਂ ਰੋਹਬ ਨਾਲ ਬੋਲਿਆ, ਲੜਿਆ ਕੌਣ ਕੌਣ ਸੀ? ਫਿਰ ਕੁਝ ਦੇਰ ਚੁੱਪ ਕਰਕੇ ਆਖਣ ਲੱਗਾ, ਲੈ ਕੇ ਚੱਲੋ ਇਹਨਾਂ ਨੂੰ ਥਾਣੇ, ਉੱਥੇ ਲੈਂਦੇ ਆ ਇਹਨਾਂ ਦੇ ਝੱਗੇ ਦਾ ਨਾਪ। ਜਨਾਬ, ਉਹ ਬੰਦਾ ਧੱਕੇ ਨਾਲ ਸਾਡੀਆਂ ਇੱਟਾਂ ਪੁੱਟ ਰਿਹਾ ਸੀ, ਅਸੀਂ ਇਹਨੂੰ ਰੋਕਿਆ ਤਾਂ ਇਹ ਸਾਡੇ ਗਲ ਪੈ ਗਿਆ ਤੇ ਅਸੀਂ ਇਹਦੇ ਲਾ ਦਿੱਤੀਆਂ। ਮੈਂ ਆਪਣੇ ਜਾਣੂ ਦੇ ਪਿਓ ਵੱਲ ਇਸ਼ਾਰਾ ਕਰਦਿਆਂ ਆਖਿਆ। ਉਹ ਮੇਰੀ ਗੱਲ ਸੁਣ ਕੇ
ਘਬਰਾ ਗਿਆ ਤੇ ਮੂੰਹ ਭਰਦਾ ਹੋਇਆ ਆਖਣ ਲੱਗਾ, ਥਾਣੇਦਾਰ ਸਾਹਿਬ, ਜੇ ਆਂਢ ਗੁਆਂਢ ਵਾਲੇ ਨਾ ਛਡਾਉਂਦੇ ਤਾਂ ਇਹਨਾਂ ਨੇ ਮੈਨੂੰ ਮਾਰ ਹੀ ਦੇਣਾ ਸੀ। ਕਮਲਦੀਪ ਅਜੇ ਵੀ ਉਸ ਨੂੰ ਝਈਆਂ ਲੈ ਕੇ ਪੈ ਰਿਹਾ ਸੀ। ਜੇ ਸਾਡੇ ਘਰੇ ਆ ਕੇ ਗੁੰਡਾਗਰਦੀ ਕਰੇਗਾ ਤਾਂ ਹੋਰ ਤੈਨੂੰ ਅਸੀਂ ਹਾਰ ਪਾਵਾਂਗੇ। ਵੜ ਸਹੀ ਸਾਡੇ ਥਾਂ ਵਿੱਚ, ਤੈਨੂੰ ਦਈਏ ਦੱਖੂ ਦਾਣਾ। ਭੀੜ ਵਿੱਚੋਂ ਕਈ ਜਾਣੇ ਬੋਲਣ ਲੱਗ ਪਏ, ਭਾਈ ਜੇ ਅਗਲੇ ਦੇ ਘਰ ਜਾ ਕੇ ਧੱਕਾ ਕਰੂਗਾ ਤਾਂ ਅਗਲੇ ਨੇ ਕਿਹੜਾ ਘੱਟ ਕਰਨੀ ਆ, ਉਹ ਵੀ ਤਾਂ ਦੋ ਰੋਟੀਆਂ ਖਾਂਦਾ ਹੀ ਆ। ਵਿੱਚੋਂ ਹੀ ਇੱਕ ਬੰਦਾ ਹੌਲੀ ਜਿਹੀ ਆਖੀ ਜਾਵੇ, ਆਪ ਸਾਰੀ ਗਲੀ ਨਜਾਇਜ਼ ਰੋਕੀ ਬੈਠਾ, ਇਹਨਾਂ ਦੇ ਸਹੀ ਥਾਂ ਉੱਤੇ ਵੀ ਰੌਲਾ ਪਾਈ ਜਾਂਦਾ, ਕੰਜਰ ਨਾ ਹੋਵੇ ਕਿਸੇ ਥਾਂ ਦਾ। ਉਹ ਇੰਨਾ ਕੁ ਹੌਲੀ ਬੋਲਿਆ ਕਿ ਸਿਰਫ ਮੈਨੂੰ ਹੀ ਸੁਣ ਸਕੇ। ਮੈਂ ਸਮਝ ਗਿਆ ਕਿ ਇਹ ਬੰਦਾ ਜ਼ਰੂਰ ਹੀ ਮੈਨੂੰ ਕੋਈ ਰਾਜ ਦੀ ਗੱਲ ਦੱਸਣਾ ਚਾਹੁੰਦਾ ਹੈ, ਪਰ ਡਰ ਵੀ ਰਿਹਾ ਹੈ। ਮੈਂ ਉਸ ਦਾ ਚਿਹਰਾ ਧਿਆਨ ਨਾਲ ਵੇਖਿਆ ਤੇ ਸਮਝ ਗਿਆ ਕਿ ਇਹ ਮਹੱਲੇ ਦਾ ਹੀ ਇੱਕ ਵਸਨੀਕ ਸੀ। ਮੈਂ ਉਸ ਦੀ ਪਹਿਚਾਣ ਰੱਖੀ ਤਾਂ ਕਿ ਇਸ ਚੱਕਰ ਤੋਂ ਵਿਹਲਾ ਹੋ ਕੇ ਉਸ ਤੋਂ ਸਾਰੀ ਭੇਦ ਵਾਲੀ ਗੱਲ ਪੁੱਛ ਸਕਾਂ। ਪਰ ਮੈਨੂੰ ਇੱਕ ਗੱਲ ਜ਼ਰੂਰ ਸਮਝ ਆ ਗਈ ਸੀ ਕਿ ਮੇਰੇ ਜਾਣੂ ਦੇ ਘਰ ਕੋਲੋਂ ਜਿਹੜੀ ਗਲੀ ਸਿਰਫ 14 ਫੁੱਟ ਹੀ ਬਚ ਰਹੀ ਸੀ, ਉਸ ਵਿੱਚ ਕੋਈ ਨਾ ਕੋਈ ਕਾਲਾ ਮਾਲਾ ਤਾਂ ਜ਼ਰੂਰ ਹੈ। ਕਿਸ਼ਤ 14ਵੀਂ। ਭੀੜ ਵਿੱਚੋਂ ਇਹ ਆਵਾਜ਼ਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸਨ, ਜਦ ਗਲੀ ਚੱਲੀ ਜਾਂਦੀ ਹੈ ਤਾਂ ਚੱਲੀ ਜਾਣ ਦੇਣ, ਐਵੇਂ ਕਿਉਂ ਕਲੇਸ਼ ਪਾਈ ਜਾਂਦੇ ਆ। ਜਦ ਥਾਣੇਦਾਰ ਨੂੰ ਲੱਗਾ ਕਿ ਭੀੜ ਆਪ ਮੁਹਾਰੇ ਗੱਲਾਂ ਕਰਨ ਲੱਗ ਪਈ ਹੈ ਤੇ ਉਸ ਦੀ ਅਹਿਮੀਅਤ ਘਟ ਰਹੀ ਹੈ, ਤਾਂ ਉਸ ਨੇ ਸਿਪਾਹੀਆਂ ਨੂੰ ਸੰਬੋਧਿਤ ਹੁੰਦੇ ਹੋਏ ਆਖਿਆ, ਬਿਠਾਓ ਇਹਨਾਂ ਨੂੰ ਗੱਡੀ 'ਚ ਲੈ ਕੇ ਚੱਲੋ ਥਾਣੇ, ਉੱਥੇ ਕਰਦੇ ਹਾਂ ਗੱਲ। ਮੈਂ ਥਾਣੇਦਾਰ ਨੂੰ ਆਖਿਆ, ਚਲੋ ਜੀ ਤੁਸੀਂ ਪਹੁੰਚੋ, ਅਸੀਂ 5 ਮਿੰਟਾਂ 'ਚ ਹੀ ਆ ਜਾਂਦੇ ਹਾਂ, ਅਸੀਂ ਵੀ ਮੁਲਾਜ਼ਮ ਹੀ ਹਾਂ, ਨਾਲੇ ਅਸੀਂ ਕਿਹੜਾ ਕੋਈ ਕਤਲ ਕਰ ਦਿੱਤਾ, ਘਰੋਂ ਸਾਰੇ ਕਾਗਜ਼ ਚੁੱਕ ਕੇ 5 ਮਿੰਟਾਂ 'ਚ ਹੀ ਹਾਜ਼ਰ ਹੋ ਜਾਂਦੇ ਆ। ਸਰਪੰਚ ਪੁਲਸੀਆ ਭੁੜਕਿਆ, ਪਹਿਲਾਂ ਇਹਨਾਂ ਦਾ ਕੰਮ ਰੁਕਵਾਓ ਜੀ, ਹੋਰ ਨਾ ਆਪਣੇ ਆਉਂਦਿਆਂ ਨੂੰ ਇਹ ਗਲੀ ਮੱਲ ਕੇ ਬੈਠ ਜਾਣ। ਓਏ ਮਿਸਤਰੀ, ਜੇ ਹੁਣ ਤੂੰ ਮਾੜਾ ਜਿਹਾ ਵੀ ਮਸਾਲਾ ਲਾਇਆ ਤਾਂ ਨਾ ਤੇਰੇ ਕੁੱਟ ਵਾਧੂ ਦੀ ਪੈ ਜਾਣੀ ਆ। ਚੁੱਕ ਆਪਦਾ ਸ਼ਿਸ਼ਪੱਤ ਤੇ ਡੰਡੀ ਪੈ ਜਾ ਇੱਥੋਂ। ਇਹਨਾਂ ਨੂੰ ਤਾਂ ਖਵਾਉਣਾ ਮੈਂ ਹਵਾਲਾਤ ਦੀਆਂ ਰੋਟੀਆਂ, ਵੇਖੀ ਕਿਤੇ ਤੈਨੂੰ ਨਾ ਖਾਣੀਆਂ ਪੈ ਜਾਣ। ਥਾਣੇਦਾਰ ਨੇ ਮਿਸਤਰੀ ਨੂੰ ਤਾੜਨਾ ਕੀਤੀ। ਮਿਸਤਰੀ ਡਰਦਾ ਹੋਇਆ ਬੋਲਿਆ, ਕੰਮ ਤਾਂ ਜੀ ਸਵੇਰ ਦਾ ਹੀ ਬੰਦ ਪਿਆ, ਇਹਨਾਂ ਨੇ ਕੁਝ ਕਰਨ ਹੀ ਨਹੀਂ ਦਿੱਤਾ। ਆ ਜਾਓ ਓਏ ਹੁਣੇ ਥਾਣੇ, ਆਖਦਾ ਹੋਇਆ ਥਾਣੇਦਾਰ ਗੱਡੀ ਵਿੱਚ ਬੈਠ ਗਿਆ। ਗੱਡੀ ਹੂਟਰ ਮਾਰਦੀ ਹੋਈ ਸਾਡੀਆਂ ਅੱਖਾਂ ਤੋਂ ਓਹਲੇ ਹੋ ਚੁੱਕੀ ਸੀ। ਕਾਹਲੀ ਕਾਹਲੀ ਵਿੱਚ ਮੈਂ ਤੇ ਕਮਲਦੀਪ ਨੇ ਸਲਾਹ ਕੀਤੀ ਕਿ ਸਾਰੇ ਦਸਤਾਵੇਜ਼ ਘਰੋਂ ਲੈ ਕੇ ਹੀ ਜਾਇਆ ਜਾਵੇ। ਅਸੀਂ ਉਸੇ ਵੇਲੇ ਘਰ ਪੁੱਜ ਗਏ ਤੇ ਛੇਤੀ ਛੇਤੀ ਸਾਰੇ ਕਾਗਜ਼ ਪੱਤਰ ਚੁੱਕ ਲਏ। ਮੇਰੀ ਮਾਂ, ਪਤਨੀ ਤੇ ਬੇਟੀਆਂ ਫਿਕਰਮੰਦ ਹੋ ਗਈਆਂ ਕਿ ਇਹਨਾਂ ਨੂੰ ਇਹ ਕੀ ਭਾਜੜ ਪੈ ਗਈ ਹੈ। ਅਸੀਂ ਜਲਦੀ ਨਾਲ ਸਿਰਫ ਇੰਨਾ ਕੀ ਦੱਸ ਸਕੇ ਸਾਂ, ਥਾਣੇ ਵਿੱਚ ਸਾਨੂੰ ਬੁਲਾਇਆ ਗਿਆ, ਜੇ ਘੰਟੇ ਕੁ ਤੱਕ ਨਾ ਮੁੜੇ ਤਾਂ ਫੋਨ ਕਰ ਲਿਓ, ਜੇ ਫੋਨ ਨਾ ਮਿਲੇ ਤਾਂ ਆਪਣੇ ਸਭ ਜਾਣ ਪਛਾਣ ਵਾਲੇ ਬੰਦਿਆਂ ਨੂੰ ਫੋਨ ਕਰ ਦਿਓ, ਸ਼ਾਇਦ ਅੱਜ ਦੀ ਰਾਤ ਸਾਨੂੰ ਥਾਣੇ 'ਚ ਹੀ ਰੱਖਣਗੇ। ਘਬਰਾਹਟ ਵਿੱਚ ਮੈਂ ਉਹਨਾਂ ਨੂੰ ਇੱਥੋਂ ਤੱਕ ਵੀ ਤਿਆਰ ਕਰ ਦਿੱਤਾ ਕਿ ਜੇ ਰਾਤ ਨੂੰ 9 ਵਜੇ ਤੱਕ ਸਾਨੂੰ ਨਾ ਛੱਡਿਆ ਗਿਆ ਤਾਂ ਥਾਣੇ ਅੱਗੇ ਆ ਕੇ ਪਿੱਟ ਸਿਆਪਾ ਵੀ ਕਰ ਦਿਓ। ਔਰਤਾਂ ਤੋਂ ਪੁਲਿਸ ਵਾਲੇ ਬੜਾ ਹੀ ਚੱਲਦੇ ਹੁੰਦੇ ਆ। ਇੱਕਦਮ ਰੌਲੇ ਦੇ ਇੰਨਾ ਜ਼ਿਆਦਾ ਵੱਧ ਜਾਣ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। ਸਾਨੂੰ ਸਾਰੇ ਟੱਬਰ ਨੂੰ ਘਬਰਾਏ ਹੋਏ ਵੇਖ ਕੇ ਮੇਰੀ 3 ਸਾਲ ਦੀ ਛੋਟੀ ਬੇਟੀ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਸਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਉਸ ਦੀ ਵੇਖਾ ਵੇਖੀ ਵੱਡੀ ਨੇ ਵੀ ਧਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਅਸੀਂ ਉਹਨਾਂ ਨੂੰ ਝੂਠਾ ਜਿਹਾ ਦਿਲਾਸਾ ਦਿੱਤਾ, ਪੁੱਤ ਆਉਨੇ ਆ ਥੋੜ੍ਹੇ ਚਿਰ 'ਚ ਹੀ, ਤੇ ਘਰੋਂ ਮੋਟਰਸਾਈਕਲ 'ਤੇ ਥਾਣੇ ਵੱਲ ਨੂੰ ਤੁਰ ਪਏ ਸਾਂ।
ਕਿਸ਼ਤ 15ਵੀਂ। ਰਾਹ ਵਿੱਚ ਮੇਰੇ ਮਗਰ ਬੈਠੇ ਕਮਲਦੀਪ ਨੇ ਕੁਝ ਜਾਣਕਾਰਾਂ ਨੂੰ ਫੋਨ ਕਰਕੇ ਸਾਰੀ ਗੱਲ ਸੰਖੇਪ ਵਿੱਚ ਦੱਸ ਦਿੱਤੀ ਅਤੇ ਥਾਣੇ ਪੁੱਜਣ ਲਈ ਆਖ ਦਿੱਤਾ ਤਾਂ ਕਿ ਪੁਲਿਸ ਵਾਲੇ ਸਾਨੂੰ ਇਕੱਲੇ ਨਾ ਸਮਝ ਲੈਣ। ਉਹ ਅਗਲਾ ਨੰਬਰ ਮਿਲਾਉਣ ਲੱਗਾ ਵਿੱਚ ਦੀ ਮੈਨੂੰ ਆਖ ਜਾਂਦਾ, ਥਾਣੇ ਵਿੱਚ ਬੰਦੇ ਸੱਦੇ ਚੰਗੇ ਹੁੰਦੇ ਆ, ਇਕੱਲੇ ਕਹਿਰੇ ਦੇ ਤਾਂ ਇਹ ਪੈਰ ਹੀ ਨਹੀਂ ਲੱਗਣ ਦਿੰਦੇ ਹੁੰਦੇ। ਥਾਣੇ ਪਹੁੰਚਦੇ ਸਾਰ ਉਹੀ ਥਾਣੇਦਾਰ ਦਰਵਾਜ਼ੇ ਵਿੱਚ ਖੜਾ ਕੁਝ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ। ਉਹ ਸਾਨੂੰ ਵੇਖ ਕੇ ਉਹਨਾਂ ਨਾਲ ਗੱਲਾਂ ਕਰਨੀਆਂ ਬੰਦ ਕਰਕੇ ਸਾਡੇ ਕੋਲ ਆ ਗਿਆ। ਉਸ ਨੇ ਮੇਰੀ ਬਾਂਹ ਫੜ ਲਈ ਤੇ ਇੱਕ ਕਮਰੇ ਵੱਲ ਲੈ ਗਿਆ। ਕਮਲਦੀਪ ਵੀ ਸਾਡੇ ਮਗਰ ਹੀ ਆ ਗਿਆ। ਕਮਰੇ ਵਿੱਚ ਇੱਕ ਹੋਰ ਥਾਣੇਦਾਰ ਬੈਠਾ ਸੀ ਤੇ ਉਹ ਕੁਝ ਲਿਖੀ ਜਾ ਰਿਹਾ ਸੀ। ਉਹ ਉਸ ਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ, ਆ ਤੇਰੇ ਇਲਾਕੇ 'ਚੋਂ ਫੜ ਕੇ ਲਿਆਇਆ 2 ਮੁਜਰਮ, ਗਲੀ 'ਤੇ ਕਬਜ਼ਾ ਕਰੀ ਜਾਂਦੇ ਸੀ। ਬਿਆਨ ਲੈ ਇਹਨਾਂ ਦੇ ਤੇ ਕਰ ਅੰਦਰ ਇਹਨਾਂ ਨੂੰ। ਇਹਨਾਂ 'ਤੇ ਪਰਚੇ ਕਰ, ਸਵੇਰ ਦੇ ਮਹੱਲੇ ਵਿੱਚ ਹੋ ਹੱਲਾ ਮਚਾਈ ਜਾਂਦੇ ਆ। ਬਾਹਲਾ ਚਾਂਵਲੇ ਫਿਰਦੇ ਆ ਵੱਡੇ ਗੁੰਡੇ, ਪੁੱਛ-ਗਿੱਛ ਕਰ ਲਈ ਚੰਗੀ ਤਰ੍ਹਾਂ ਇਹਨਾਂ ਦੀ। ਫਿਰ ਉਹ ਸਾਨੂੰ ਹਵਾਲਾਤ ਵੱਲ ਲੈ ਗਿਆ। ਸਾਡਾ ਸਾਰਾ ਸਮਾਨ ਤੇ ਮੋਬਾਈਲ ਇੱਕ ਲਿਫਾਫੇ ਵਿੱਚ ਪਾ ਕੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਦਾ ਹੋਇਆ ਆਖਣ ਲੱਗਾ, ਬੈਠੋ ਅੰਦਰ, ਆਹ ਸਮਾਨ ਮੈਂ ਜਮ੍ਹਾਂ ਕਰਵਾ ਦਿੰਦਾ, ਜਦ ਜ਼ਮਾਨਤ ਹੋ ਗਈ ਮੇਰੇ ਕੋਲੋਂ ਲੈ ਜਾਇਓ। ਉਸ ਨੇ ਇੰਨੇ ਰੋਹਬ ਨਾਲ ਆਖਿਆ ਕਿ ਅੰਦਰੋਂ ਤਾਂ ਮੈਂ ਸੱਚੀ ਹੀ ਡਰ ਗਿਆ ਸੀ ਕਿ ਹੁਣ ਕੁੱਟਮਾਰ ਹੋਵੇਗੀ। ਉਹ ਹਵਾਲਾਤ ਤੋਂ ਕੁੰਡਾ ਹੀ ਲਾ ਕੇ ਗਿਆ ਸੀ। ਜਿੰਦਰਾ ਪਤਾ ਨਹੀਂ ਕਿਉਂ ਨਹੀਂ ਸੀ ਲਾਇਆ। 20 ਮਿੰਟ ਬਾਅਦ ਇੱਕ ਸਿਪਾਹੀ ਆਇਆ ਤੇ ਹਵਾਲਾਤ ਦਾ ਕੁੰਡਾ ਖੋਲ੍ਹਦਾ ਹੋਇਆ ਬੋਲਿਆ, ਆ ਜਾਓ ਬਈ, ਸਾਹਿਬ ਨੇ ਬੁਲਾਇਆ। ਅਸੀਂ ਚੁੱਪਚਾਪ ਉਸ ਦੇ ਮਗਰ ਤੁਰ ਪਏ। ਥਾਣੇਦਾਰ ਨੇ ਬੜੇ ਹੀ ਰੋਹਬ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਜਦ ਉਸ ਨੂੰ ਪਤਾ ਲੱਗਾ ਕਿ ਮੈਂ ਸਰਕਾਰੀ ਅਧਿਆਪਕ ਤੇ ਮੇਰਾ ਵੱਡਾ ਭਰਾ ਸਰਕਾਰੀ ਲੈਕਚਰਰ ਹੈ ਤਾਂ ਉਸ ਦੀ ਸੁਰ ਕੁਝ ਕੁ ਨਰਮ ਪੈ ਗਈ। ਮੈਂ ਉਸ ਨੂੰ ਦਿਨ ਭਰ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ ਕਿ ਕਿਸ ਤਰ੍ਹਾਂ ਸਾਡੇ ਨਾਲ ਧੱਕਾ ਹੋ ਰਿਹਾ ਹੈ। ਘੰਟਾ 1.5 ਘੰਟਾ ਉਹ ਸਾਨੂੰ ਸਵਾਲ ਦਰ ਸਵਾਲ ਕਰਦਾ ਗਿਆ ਤੇ ਅਸੀਂ ਉਸ ਦੇ ਉੱਤਰ ਦਿੰਦੇ ਗਏ। ਉਹ ਸਾਨੂੰ ਕਿਸੇ ਵੀ ਗੱਲ ਵਿੱਚ ਫਸਾ ਨਾ ਸਕਿਆ, ਜਿਸ ਦਾ ਕਿ ਉਸ ਨੇ ਸ਼ੁਰੂ 'ਚ ਹੀ ਦਾਅਵਾ ਕੀਤਾ ਸੀ ਕਿ ਤੁਸੀਂ ਮੇਰੇ ਸਵਾਲਾਂ ਵਿੱਚ ਉਲਝ ਕੇ ਝੂਠੇ ਸਾਬਤ ਹੋ ਜਾਣਾ ਹੈ। ਇੰਨੇ ਨੂੰ ਸਾਡੇ ਰਿਸ਼ਤੇਦਾਰ ਅਤੇ ਦੋਸਤ ਵੀ ਥਾਣੇ ਪੁੱਜ ਚੁੱਕੇ ਸਨ। ਹੁਣ ਤਾਂ ਉਸ ਥਾਣੇਦਾਰ ਨੂੰ ਫੋਨ ਵੀ ਆਉਣੇ ਸ਼ੁਰੂ ਹੋ ਗਏ ਸਨ। ਉਹ ਸਾਡੇ ਨਾਲੋਂ ਗੱਲਬਾਤ ਬੰਦ ਕਰਕੇ ਆਖਣ ਲੱਗ ਜਾਂਦਾ, ਬਸ ਜੀ ਪੁੱਛ-ਗਿੱਛ ਜਾਰੀ ਹੈ, ਉਦੋਂ ਬਾਅਦ ਇਹਨਾਂ ਨੂੰ ਛੱਡ ਦਿਆਂਗੇ।